ਆਸਟ੍ਰੇਲੀਆ ਖਬਰਨਾਮਾ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਮੇਰੇ ਨਾਲ ਜਾਣੀ ਕਿ ਹਰਮੀਤ ਬਵਨਾ ਨਾਲ, ਤੇ ਮੇਰੇ ਨਾਲ ਜੁੜ ਚੁੱਕੇ ਨੇ ਤਰਲੋਚਨ ਸਿੰਘ ਜੀ ਫਿਰਨੀ ਤੋਂ। ਤਰਲੋਚਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਹਾਂ ਜੀ। ਤਰਲੋਚਨ ਸਿੰਘ ਜੀ, ਹਮੇਸ਼ਾ ਦੀ ਤਰ੍ਹਾਂ ਅਸੀਂ ਅੱਜ ਸ਼ੁਰੂ ਕਰਦੇ ਹਾਂ ਉਹੀ ਕੋਵਿਡ ਤੋਂ। ਤੇ ਕੋਵਿਡ ਦਾ ਜਿਹੜਾ ਇਸ ਟਾਈਮ ਦਾ ਵਿਕਟੋਰੀਆ ਦਾ ਸਟੇਟ ਹੈ, ਪਿਛਲੇ ਕੁਝ ਚਿਰਾਂ ਦੇ ਵਿੱਚ ਤੇ ਇੱਥੇ ਕਾਫੀ ਬੁਰੀ ਹਾਲਤ ਸੀ। ਤਕਰੀਬਨ 500 ਪਲੱਸ 700 ਐਵਰੀਡੇ ਕੇਸਿਸ ਹਨ। ਮਗਰ ਜਿਸ ਟਾਈਮ ਤੋਂ ਹੁਣ ਮਗਰ ਸਟੇਜ 4 ਲੱਗੀ ਹੈ, ਤੇ ਜੇ ਮੈਂ ਗੱਲ ਕਰਾਂ ਮਗਰਲੇ ਕੁਝ ਦਿਨਾਂ ਦੀ, ਤੇ ਜਿਹੜੀ ਹੁਣ ਗਿਣਤੀ ਹੈਗੀ ਹੈ ਉਹ ਘਟਦੀ ਨਜ਼ਰ ਆ ਰਹੀ ਹੈ। ਇਹ ਗਿਣਤੀ ਘਟਣ ਦੇ ਨਾਲ ਲੋਕਾਂ ਦੇ ਵਿੱਚ ਥੋੜੀ ਜਿਹੀ ਰਾਹਤ ਦਿਲਾਂ ਦੇ ਅੰਦਰ, ਇਹ ਨਹੀਂ ਵੀ ਸੜਕਾਂ ਤੇ ਆ ਗਏ ਨੇ ਲੋਕੀ, ਮਗਰ ਕੁਝ ਉਹ ਚੰਗਾ ਮਹਿਸੂਸ ਕਰਦੇ ਪਏ ਨੇ, ਕਿਉਂਕਿ ਕਿੱਥੇ ਲਗਾਤਾਰ 700 ਦੀ ਗਿਣਤੀ ਹੁਣ ਆ ਕੇ ਜਿਹੜੀ ਇਹ ਗਿਣਤੀ ਹੈਗੀ ਹੈ ਉਹ 250 240 220 222 ਇਹਦੇ ਆਸ-ਪਾਸ ਚੱਲਦੀ ਵੀ ਹੈ। ਤੇ ਹੈਲਥ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਆਉਣ ਵਾਲੇ ਕੁਝ ਹਫ਼ਤਿਆਂ ਦੇ ਅੰਦਰ ਇਹ 100 ਤੋਂ ਥੱਲੇ ਜਾਂ ਇਹਦੇ ਦਰਮਿਆਨ ਚੱਲ ਜਾਏਗੀ, ਤੇ ਬਹੁਤ ਜਲਦੀ ਹੀ ਕਿ ਇਹ ਫਰਕ ਪੈਣ ਦਾ ਸਾਨੂੰ ਆਸਟ੍ਰੇਲੀਆ 'ਚ ਦਿਖਾਈ ਦੇਗਾ। ਤੇ ਇਹਦੇ ਨਾਲ ਵਿਕਟੋਰੀਆ ਦੇ ਵਿੱਚ ਇੱਕ ਜਿਹੜੀ ਮਾੜੀ ਗੱਲ ਹੈਗੀ ਆ ਉਹ ਇਹ ਹੈਗੀ ਹੈ ਕਿ ਵਿਕਟੋਰੀਆ ਦੇ ਕੁਝ ਜਿਹੜੇ ਪੋਲਟਰੀ ਫਾਰਮ ਹੈਗੇ ਨੇ ਉਹਨਾਂ ਦੇ ਵਿੱਚ ਬਰਡ ਫਲੂ ਫੈਲ ਚੁੱਕਾ। ਤੇ ਇਹ ਜਿਹੜਾ ਬਰਡ ਫਲੂ ਹੈਗਾ ਇਹ ਕੋਈ ਥੋੜੀ ਬਹੁਤੀ ਗਿਣਤੀ ਨਹੀਂ ਹੈਗੀ, ਤਕਰੀਬਨ 500 ਮਿਲੀਅਨ ਦੇ ਕਰੀਬ ਜਿਹੜੇ ਬਰਡਸ ਹੈਗੇ ਨੇ ਉਹਨਾਂ ਦੇ ਵਿੱਚ ਬਰਡ ਫਲੂ ਫੈਲ ਚੁੱਕਾ। ਉਹਨਾਂ ਨੂੰ ਹੁਣ ਕੁਆਰੰਟਾਈਨ ਕਰਨ ਲਈ ਕਹਿ ਦਿੱਤਾ ਗਿਆ ਵਾ। ਤੇ ਇਹ ਹੁਣ ਕਿਸ ਤਰੀਕੇ ਨਾਲ ਅੱਗੇ ਚੱਲਦਾ, ਜਿੱਦਾਂ ਜਿੱਦਾਂ ਇਹਦੀ ਕੋਈ ਅਪਡੇਟ ਹੁੰਦੀ ਹੈ ਅਸੀਂ ਤੁਹਾਨੂੰ ਇਹਦੇ ਨਾਲ ਜਾਣ ਕਰਵਾਵਾਂਗੇ। ਤੁਸੀਂ ਤਰਲੋਚਨ ਸਿੰਘ ਜੀ। ਹਾਂਜੀ ਹਰਮੀਤ ਜੀ, ਇਸ ਸਮੇਂ ਨਿਊ ਸਾਊਥ ਵੇਲਸ ਸੂਬੇ ਵਿਖੇ ਵੀ ਕੁਝ ਚੰਗੀਆਂ ਖਬਰਾਂ ਨਹੀਂ ਦੇਖਣ ਨੂੰ ਮਿਲ ਰਹੀਆਂ ਤੇ ਸੁਣਨ ਨੂੰ ਮਿਲ ਰਹੀਆਂ। ਤੇ 3966 ਕੇਸਿਸ ਉਸ ਸਮੇਂ ਹੋ ਗਏ ਨੇ ਤੇ 52 ਮੌਤਾਂ ਇੱਥੇ ਹੋ ਚੁੱਕੀਆਂ ਤੇ 5 ਨਵੇਂ ਕੇਸ ਪਿਛਲੇ 24 ਘੰਟੇ ਵਿੱਚ ਇੱਥੇ ਆਏ ਨੇ। ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਵਿਕਟੋਰੀਆ ਬਾਰਡਰ ਇਹਨੂੰ ਪੂਰੀ ਤਰ੍ਹਾਂ ਖੋਲ੍ਹਣ ਵਾਸਤੇ ਸਾਡੀ ਪ੍ਰੀਮੀਅਰ ਡੇਲ ਸਪੈਲਸਕੀ ਨੇ ਮਨਾ ਕਰ ਦਿੱਤਾ ਹੈ। ਕੋਈ ਬਾਰਡਰ ਨਹੀਂ ਖੋਲ੍ਹੇ ਜਾਣਗੇ ਜਦੋਂ ਤੱਕ ਸਭ ਜਗ੍ਹਾ ਸੁਖ ਸ਼ਾਂਤੀ ਨਹੀਂ ਹੋ ਜਾਂਦੀ ਹੈ ਕੋਰੋਨਾ ਵਾਇਰਸ ਤੋਂ। ਇਸ ਤੋਂ ਇਲਾਵਾ ਮਾਸਕ ਪਾਉਣ ਦੀ ਪੂਰੀ ਤਰ੍ਹਾਂ ਹਦਾਇਤ ਦਿੱਤੀ ਜਾ ਰਹੀ ਹੈ ਤੇ ਕਿਹਾ ਜਾ ਰਿਹਾ ਕਿ ਮਾਸਕ ਪਾ ਕੇ ਰੱਖੋ ਜੇ ਤੁਸੀਂ ਆਪਣੇ ਆਪ ਨੂੰ ਡਿਸਟੈਂਸ ਵਿੱਚ ਨਹੀਂ ਰੱਖ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇ ਅਗਲੀ ਗੱਲ ਕਰੀਏ ਆਉਂਦੀ ਹੈ ਸਕਾਟ ਮੋਰਿਸਨ ਜੀ ਦੀ, ਜਿਨ੍ਹਾਂ ਨੇ ਕਿਹਾ ਕਿ ਜੇ ਅਸੀਂ ਕੋਰੋਨਾ ਵਾਇਰਸ ਦਾ ਜੇ ਵੈਕਸੀਨ ਡਿਵੈਲਪ ਕਰਨ ਵਿੱਚ ਕਾਮਯਾਬ ਹੋ ਜਾਂਦੇ ਨੇ ਆਸਟ੍ਰੇਲੀਆ ਵਿਖੇ ਤਾਂ ਹਰ ਬੰਦੇ ਨੂੰ ਇਹ ਇੱਕ ਦਿੱਤਾ ਜਾਵੇਗਾ, ਇਹਦੀ ਫ੍ਰੀ ਸਰਵਿਸ ਹੋਵੇਗੀ ਤੇ ਹਰ ਜਿਹੜਾ ਸਾਡਾ ਸਿਟੀਜ਼ਨ ਹੋਵੇਗਾ ਇਹਨੂੰ ਇਹਦਾ ਵੈਕਸੀਨ ਦਿੱਤਾ ਜਾਵੇਗਾ। ਹੁਣ ਦੇਖਣਾ ਇਹ ਹੋਵੇਗਾ ਕਿ ਇਹ ਕਦੋਂ ਤੱਕ ਇਹ ਉਪਲਬਧ ਹੁੰਦਾ ਹੈ ਤੇ ਸੋਚਿਆ ਜਾ ਰਿਹਾ ਕਿ ਅਗਲੇ ਆਉਣ ਵਾਲੇ ਸਾਲ ਵਿੱਚ, ਨਵੇਂ ਸਾਲ ਦੇ ਪਹਿਲੇ ਮਹੀਨਿਆਂ ਵਿੱਚ ਇਹਦੀ ਉਮੀਦ ਜਤਾਈ ਜਾ ਰਹੀ ਹੈ। ਤੇ ਸਕਾਟ ਮੋਰਿਸਨ ਨੇ ਕਿਹਾ ਕਿ ਜਿਵੇਂ ਇਹ ਉਪਲਬਧ ਹੋਵੇਗਾ ਅਸੀਂ ਆਪਣੇ ਜਿਹੜੇ ਇੱਥੇ ਦੇ ਵਾਸੀ ਨੇ ਉਹਨਾਂ ਨੂੰ ਇਹਦਾ ਫ੍ਰੀ ਸ਼ਾਟ ਜ਼ਰੂਰ ਦੇਵਾਂਗੇ। ਤੇ ਬਣਦਾ ਵੀ ਹੈ ਕਿ ਕਿਉਂਕਿ ਪਿੱਛੇ ਜੇ ਰਸ਼ੀਆ ਨੇ ਇਹ ਕਿਹਾ ਸੀ ਵੀ ਅਸੀਂ ਆਪਣਾ ਕੋਰੋਨਾ ਵਾਇਰਸ ਦਾ ਵੈਕਸੀਨ ਡਿਵੈਲਪ ਕਰ ਲਿਆ ਹੈ, ਪਰ WHO ਨੇ ਪੂਰੀ ਤਰ੍ਹਾਂ ਇਹਨੂੰ ਨਖਾਰਿਜ ਕਰ ਦਿੱਤਾ ਤੇ ਕਿਹਾ ਕਿ ਝੂਠਾ ਇੱਕ ਅਫਵਾਹ ਹੈ ਤੇ ਅਸੀਂ ਇਹਨੂੰ ਨਹੀਂ ਮੰਨਦੇ ਤੇ ਸਾਡਾ ਵੀ ਉਹਦੇ ਨਾਲ ਕੋਈ ਤਾਲੁਕਾਤ ਨਹੀਂ ਹੈਗਾ। ਅਸੀਂ ਦੇਖਣਾ ਕਿ ਅਸੀਂ ਕਦੋਂ ਤੱਕ ਇਹਦੀ ਵੈਕਸੀਨ ਤਿਆਰ ਕਰਨ ਵਿੱਚ ਵੇਟ ਕਰਦੇ ਨੇ ਜੀ। ਤੇ ਹੁਣ ਅਸੀਂ ਚੱਲਦੇ ਹਾਂ ਸੁਚਿਤਰਾ ਤਿਵਾੜੀ ਕੋਲ ਦਿੱਲੀ, ਜਿਹੜੇ ਸਾਡੇ ਸੰਵਾਦਦਾਤਾ ਨੇ, ਤੇ ਉਹਨਾਂ ਕੋਲੋਂ ਜਾਣਦੇ ਹਾਂ ਪਿਛਲੇ ਹਫ਼ਤੇ ਦੀਆਂ ਤਾਜ਼ਾ ਖਬਰਾਂ। ਪਹਿਲੇ ਲੈ ਲੈਂਦੀ ਇੱਕ ਛੋਟਾ ਜਿਹਾ ਬ੍ਰੇਕ। ਜੇਕਰ ਤੁਸੀਂ ਆਸਟ੍ਰੇਲੀਆ ਵਿੱਚ ਟੈਕਸ ਦੀ ਸਹੀ ਜਾਣਕਾਰੀ ਚਾਹੁੰਦੇ ਹੋ ਤਾਂ MSS ਟੈਕਸ ਸਰਵਿਸ ਦੇ ਰਜਿਸਟਰਡ ਟੈਕਸ ਏਜੰਟ ਮਨਪ੍ਰੀਤ ਸਿੰਘ ਜੀ ਕਰ ਸਕਦੇ ਹਨ ਤੁਹਾਡੀ ਮਦਦ। MSS ਟੈਕਸ ਸਰਵਿਸ ਪ੍ਰੋਵਾਈਡ ਕਰਦੇ ਹਨ ਤੁਹਾਨੂੰ ਸਭ ਤੋਂ ਵਧੀਆ ਅਤੇ ਅਫੋਰਡੇਬਲ ਸਰਵਿਸ ਇਨਕਮ ਟੈਕਸ ਪ੍ਰੈਪਰੇਸ਼ਨ। ਸੰਪਰਕ ਕਰੋ MSS ਟੈਕਸ ਸਰਵਿਸ ਦੇ ਆਫਿਸ ਵਿੱਚ। MSS ਟੈਕਸ ਸਰਵਿਸ ਦੇ ਆਫਿਸ ਤੁਹਾਡੀ ਸਹੂਲਤ ਲਈ ਨੋਬਲ ਪਾਰਕ, ਮੋਰਡੀਆਲੋਕ ਅਤੇ ਐਪਿੰਗ ਵਿੱਚ ਸਥਿਤ ਹਨ। ਫੋਨ ਨੰਬਰ 04314576 ਵਿਜ਼ਨ ਓਵਰਸੀਜ਼ ਇੱਕ ਮੁਕੰਮਲ ਮਾਈਗ੍ਰੈਂਟ ਸੋਲਿਊਸ਼ਨ ਜੋ ਕਿ 2010 ਤੋਂ ਆਸਟ੍ਰੇਲੀਅਨ ਰਜਿਸਟਰਡ ਮਾਈਗ੍ਰੇਟ ਕੰਸਲਟੈਂਟ ਹਨ ਤੇ ਇਹ ਕਰਦੇ ਨੇ ਤੁਹਾਡੀਆਂ ਮਾਈਗ੍ਰੇਸ਼ਨ ਦੀਆਂ ਸਾਰੀਆਂ ਮੁਸ਼ਕਲਾਂ ਨੂੰ ਹੱਲ ਸਭ ਤੋਂ ਪਹਿਲਾਂ ਮੈਲਬਰਨ ਵਿੱਚ, ਅਤੇ ਨਾਲ ਹੀ ਵਿਜ਼ਨ ਸੋਲਿਸਿਟਰਸ ਦੇ ਬੈਨਰ ਹੇਠ ਇਹ ਦਿੰਦੇ ਨੇ ਫੈਮਿਲੀ ਮੈਟਰ ਦੀਆਂ ਸਭ ਸਮੱਸਿਆਵਾਂ ਦਾ ਹੱਲ। ਸੰਪਰਕ ਕਰੋ ਸੂਟ 1 ਲੈਵਲ 1 23 Koornang Road, Carnegie, Victoria 3163. Phone 0399399036 or Vision Overseas Facebook, Vision Solicitors Facebook. Vision Overseas ਇੱਕ ਮੁਕੰਮਲ ਮਾਈਗ੍ਰੈਂਟ ਸੋਲਿਊਸ਼ਨ। ਜਿਸ ਤਰ੍ਹਾਂ ਕਿ ਅਸੀਂ ਤੁਹਾਨੂੰ ਦੱਸਿਆ ਸੀ, ਸੁਚਿਤਰਾ ਸਾਡੇ ਨਾਲ ਜੁੜ ਚੁੱਕੇ ਨੇ ਦਿੱਲੀ ਤੋਂ। ਤੇ ਸੁਚਿਤਰਾ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੇ ਕੀ ਹੈ ਇਸ ਹਫ਼ਤੇ ਦੀ ਖਬਰ?
इस वक्त की सबसे बड़ी खबर जो है भारत से यही है कि भारत में अब कोरोना केसेस जो है बड़े तेजी रफ्तार से बढ़ रहे हैं। जहां पर एक तरीके से हम देख रहे थे कि भारत ही एक ऐसा देश है जहां पर कोरोना केसेस से जो है लोगों को निजाजत थी और लोग बड़े आराम से सावधानी से कदम रख रहे थे। और इस तरीके से अब लॉकडाउन का फैसला जो सरकार ने लिया था और धीरे धीरे जो छूट दिया है, उसके बाद जो है बड़े तेजी से कोरोना केसेस जो है अब बढ़ रहे हैं। एक दिन में 65,000 केसेस जो है भारत में बढ़ रहे हैं और इतने रफ्तार से बढ़ रहे हैं। अभी अगर केसेस देखा जाए तो भारत में 25 लाख के आसपास केसेस आ चुके हैं, जो कि देखते ही देखते बढ़ते जा रहे हैं। लोग परेशान हो रहे हैं। अगर देखा जाए तो भारत में जिस तरीके से अभी लोग बेरोजगार हो रहे हैं, लोगों के पास नौकरियां छूट रही हैं, लोग इससे बहुत ज्यादा फ्रस्ट्रेट हो रहे हैं और परेशान हो रहे हैं। दूसरी खबर हमारी तरफ अगर देखा जाए तो आप देख सकते हैं कि बैंगलोर से एक बहुत बड़ी मामले आ रही है, जहां पर बैंगलोर में सिर्फ और सिर्फ एक छोटे मैसेज की वजह से वहां पर एक बहुत बड़ा दंगा हो गया। और ये आप सभी को भी पता चल रहा होगा कि जिस तरीके से बीजेपी की वहां के एक विधायक ने एक छोटा सा मतलब धर्म को लेकर उन्होंने मीम शेयर कर दिया था कि मतलब ऐसी गलतियां होती है। बाद में उन्होंने माफी मांगी थी इस बात की, मगर उसके बाद जैसे कि जैसे अगले धर्म के जिस धर्म के लोगों के ऊपर टिप्पणियां कसी गई थी, जैसे मुसलमान धर्म के ऊपर जो टिप्पणियां कसी गई थी, तो वो सारे धर्म के वो लोग खड़े होकर आपस में जो दंगे फसाद करने लगे थे। कम से कम 200 से ज्यादा गाड़ियों को, चलती गाड़ियों को फूंक दिया गया, लोगों को नुकसान हुआ, कई लोगों की मौत हुई। तो ये बैंगलोर से केस सामने आ रही थी, जहां पर लोग जो है काफी मतलब परेशान और घबराते हुए नजर आ रहे थे। अगली खबर के बारे में बताऊं तो सड़क 2 के ट्रेलर आ चुके हैं, मगर जिस तरीके से लोगों के मन में, फैंस के मन में महेश भट्ट को लेकर एक अलगाव आ गया, एक नफरत आ गया है, उसका जो ट्रेलर को देखकर आप उसमें देख सकते हैं कि लोगों के अंदर अब इस तरीके से नफरत है कि लोग उसको मोस्ट डिसलाइक वीडियो बनाना चाहते हैं। और उसमें जो है 5 मिलियन 4 मिलियन के आसपास जो है अब तक डिसलाइक कर दिया गया है। पिछले में चेक किया गया था तो 3 मिलियन के आसपास थे, लेकिन लोगों का टारगेट है कि यूट्यूब पे उसको मोस्ट डिसलाइक वीडियो, तो हर कोई जो है उस वीडियो को इसलिए चला रहा है ताकि उसको डिसलाइक करना है। अगर उसके कमेंट और टिप्पणियां भी बढ़े तो लोगों की जो फैंस में जो नफरत है वो दिख रहा है, वो कितना नफरत कर रहे हैं। और ये नफरत महेश भट्ट को लेकर है, पूजा भट्ट को लेकर है, कि जिस तरीके से सुशांत सिंह राजपूत को लेकर एक ये बनाया गया था कि उनको बॉलीवुड इंडस्ट्री से निकाल दिया गया था, और उन्होंने यही सड़क 2 को मना किया था, कैंसिल किया था कि वो काम नहीं करना चाहते। उसके बाद से जिस तरीके से महेश भट्ट ने टारगेट में ले लिया था और पूरे बॉलीवुड इंडस्ट्री वाले मिलकर उनको निकाल दिए थे, कहीं पर भी उनको काम वाम में नहीं मिल रहा था। इसके बाद से फैन के दिल में जो नफरत आया था, उसका आप देख सकते हैं कि ये किस तरीके से काम कर रहा है और लोग कैसे मिलजुल कर काम कर रहे हैं, और किस तरीके से अगर सुशांत के ये की भी बात की जाए तो सुशांत को न्याय दिलाने के लिए भी लोगों के अंदर जो 16 अभी तक वो खत्म नहीं हुआ है, तो काफी चाह रहे हैं कि सुशांत को न्याय मिले। अगली खबर जो है वो यहाँ आ रही है कि पंजाब से खबर है, जहां पर ये पता चला है कि गुरमीत सिंह जो है, जो कि राम रहीम गुरमीत सिंह जो है, उनको लेकर है कि वो रेप केस में जो अभी अंदर फंसे हुए थे, अंदर थे, उनको 20 साल की कारावास दे दी गई थी। तो उन्होंने हरियाणा और पंजाब के अलग अलग कोर्ट में अलग अलग ये दाखिला लिया था। उन्होंने ये सुनवाई करने का फैसला लिया था कि भाई हम अलग अलग जगह पे अपील करेंगे, ताकि उनको जो है कहीं से ना कहीं से बेल मिल जाए और उनकी सजा कम हो जाए। इसके लिए उन्होंने अलग अलग विनती की थी, अलग अलग कोर्ट में जाकर उन्होंने अर्जी दाखिल की थी कि किसी तरीके से कोई उनकी सुन ले, मगर सुप्रीम कोर्ट ने पूरी तरीके से उनको कैंसिल कर दिया। उनके सारे ये जो ये थे उनको मना कर दिया गया, अब उनको छुट्टी नहीं मिल सकती है, यानी वो पूरे के पूरे 20 साल तक कारावास जो है काटेंगे, जेल में रहेंगे और उनको अपनी सजा भुगतनी पड़ेगी। और उनकी जो पार्टनर थी हनीप्रीत जो थी, वो भी पूरी तरीके से फंस गई है, क्योंकि उन्होंने भी जिस तरीके से उनको न्याय दिलाने के लिए जिस तरीके से शोर शराबे कराए थे, उसको लेकर वो दंगे को फैलाने को लेकर जेल में बंद पड़ी है। और वो अलग अलग जगह जो है अर्जी डाल रही है कि वो भी बाहर निकल सके, जिसकी कि अभी तक सुनवाई कोई नहीं हुई है। अगली खबर जो है हमारे हरियाणा के फतेहाबाद से है, जहां पर हर साल जो है हर माता में कवाली चलाई जाती है।
वहां पे किसान जो है पराली जलाते हैं और उसके बाद आगे का काम करते हैं। अब इस पराली से जो है भारी मात्रा में दिल्ली जैसे शहर में, आसपास में जितने शहर है, वहां पे भारी मात्रा में प्रदूषण होता है और इस प्रदूषण से लोगों को बड़ी घुटन होती है और बहुत बीमारियों का कारण भी बनता है। तो इसको देखकर इस बार भी पराली जलाने वाले थे और इसको देखकर वहां पर कुछ सरकारी अधिकारी पहुंचे जो कि पराली जलाने से रोक सके उन्हें। तो उन्होंने जब उनको रोकने की कोशिश की तो हरियाणा में बसे हुए किसानों ने अधिकारी को ही गुलाम बना लिया, उन्हें बांध कर उनके सामने ही परालियां जलाई और उन्होंने इस तरीके से आगे का काम किया। तो ये हरियाणा के फतेहाबाद से खबर आ रही है, जहां भारी मात्रा में पराली जलाया गया और जो सरकारी कर्मचारी वहां पर पहुंचे थे उन्हें रोकने के लिए, उन्होंने के सामने ही उसे बंदी बनाकर पराली जलाया। बहुत बहुत शुक्रिया चित्रा सानू जानू करवाने थैंक्स। फिर ਅਸੀਂ ਜੁੜਾਂਗੇ ਇਸੇ ਜਗ੍ਹਾ ਦੇ ਅਗਲੇ। जी शुक्रिया। ਸਾਡੇ ਨਾਲ ਹੁਣ ਜੁੜ ਚੁੱਕੇ ਨੇ ਅਵਤਾਰ ਸਿੰਘ ਸੰਘਾ ਜੀ ਸਿਡਨੀ ਤੋਂ, ਜਿਹੜੇ ਕਿ ਪ੍ਰੋਫੈਸਰ ਨੇ ਆਪਣੇ ਕਿੱਤੇ ਦੇ, ਜਿਨ੍ਹਾਂ ਦਾ ਐਕਸਪੀਰੀਅੰਸ ਹੈ ਇਸ ਲਾਈਨ ਦੇ ਵਿੱਚ, ਜਿਹਨੂੰ ਕਿ ਅਸੀਂ ਕਹਿ ਲਈਏ ਪੰਜਾਬੀ ਲਾਈਨ ਦੇ ਵਿੱਚ, ਆਪਣੀ ਐਜੂਕੇਸ਼ਨ ਲਾਈਨ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਲਿਖ ਚੁੱਕੇ ਨੇ, ਬਹੁਤ ਸਾਰੀਆਂ ਅਖਬਾਰਾਂ ਦੇ ਨਾਲ ਕਈ ਸਾਲਾਂ ਤੋਂ ਕੰਮ ਕਰਦੇ ਰਹੇ ਨੇ, ਬਹੁਤ ਸਾਰੇ ਲੇਖ ਲਿਖ ਚੁੱਕੇ ਨੇ। ਸੋ ਅੱਜ ਇਹ ਸਾਡੇ ਨਾਲ ਜੁੜੇ ਨੇ, ਇਹਨਾਂ ਦੇ ਕੁਝ ਵਿਚਾਰ ਹੈਗੇ ਨੇ ਜਿਹੜਾ ਇੰਡੀਆ ਦੇ ਵਿੱਚ ਇਸ ਟਾਈਮ ਦੇ ਉੱਤੇ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਬਣਦਾ ਪਿਆ ਹੈ, ਉਹਦੇ ਉੱਤੇ ਆਪਣੇ ਵਿਚਾਰ ਲੈ ਕੇ ਅੱਜ ਸਾਡੇ ਕੋਲ ਆਏ। ਕੀ ਹੈਗੇ ਨੇ ਇਹਨਾਂ ਦੇ ਵਿਚਾਰ, ਆਓ ਜਾਣਦੇ ਹਾਂ। ਅਵਤਾਰ ਸਿੰਘ ਸੰਘਾ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੋ ਕੰਮ ਜੁਡੀਸ਼ਰੀ ਨਹੀਂ ਕਰ ਸਕੀ ਐਨੇ ਸਾਲਾਂ ਵਿੱਚ, ਦੇਸ਼ ਨੂੰ ਆਜ਼ਾਦ ਹੋਏ ਨੂੰ 73-74 ਸਾਲ ਹੋ ਗਏ, ਉਹ ਕੰਮ ਉਸ ਵੇਲੇ ਹੋਇਆ ਜਦੋਂ ਇੱਕ ਹਿੰਦੂਆਂ ਦੀ ਗਵਰਨਮੈਂਟ ਪਾਵਰ ਚ ਆਈ। ਈਵਨ ਵਾਜਪਾਈ ਵੇਲੇ, ਕਿਉਂਕਿ ਵਾਜਪਾਈ ਇੱਕ ਆਜ਼ਾਦਵਾਦੀ ਪ੍ਰਧਾਨ ਮੰਤਰੀ ਸੀ, ਲਿਬਰਲ ਪ੍ਰਧਾਨ ਮੰਤਰੀ ਸੀ, ਉਸ ਵੇਲੇ ਵੀ ਇਹ ਨਹੀਂ ਪੂਰਾ ਕੀਤਾ ਗਿਆ। ਲੇਕਿਨ ਕਿਉਂਕਿ ਹੁਣ ਮੋਦੀ ਦੀ ਗਵਰਨਮੈਂਟ ਬਹੁਤ ਵੱਡੀ ਮੈਜੋਰਟੀ ਲੈ ਕੇ ਪਾਰਲੀਮੈਂਟ ਦੇ ਵਿੱਚ ਆ ਗਈ ਔਰ ਮੋਦੀ ਨੇ ਇਸ ਇਸ਼ੂ ਨੂੰ ਸਿਰੇ ਲਾਇਆ, ਮਤਲਬ ਆਪਣੇ ਪੋਲੀਟੀਕਲ ਤੌਰ ਤੇ ਜੁਡੀਸ਼ੀਅਲ ਤੌਰ ਦੇ ਉੱਤੇ ਇਹਦਾ ਕੋਈ ਸਹੀ ਇਸ਼ੂ, ਇਹਦਾ ਕੋਈ ਸਹੀ ਹੱਲ ਪਹਿਲਾਂ ਨਹੀਂ ਲੱਭ ਸਕਿਆ ਸੀ। ਔਰ ਇਹ ਜੇ ਨਾ ਪਾਵਰ ਚ ਆਉਂਦੀ ਹਿੰਦੂ ਗਵਰਨਮੈਂਟ ਤਾਂ ਇਹਦੇ ਲੜਕਦਾ ਰਹਿਣਾ ਸੀ। ਪਰ ਪ੍ਰੋਬਲਮ ਇਸ ਦੀ ਇਹ ਹੈ ਸਭ ਤੋਂ ਵੱਡੀ, ਕਿਉਂਕਿ ਇਹ ਡਿਸਪਿਊਟਡ ਪਲੇਸ ਹੈ। ਇਹ ਜੇ ਤਾਂ ਆਮ ਕੋ ਮੰਦਿਰ ਦੀ ਗੱਲ ਹੋਵੇ ਤਾਂ ਹੋਰ ਹੁੰਦੀ ਆ, ਇਹ ਡਿਸਪਿਊਟਡ ਪਲੇਸ ਹੈ ਮੁਸਲਮਾਨਾਂ ਤੇ ਹਿੰਦੂਆਂ ਦਾ। ਬਾਬਰ 1526 ਈਸਵੀ ਦੇ ਵਿੱਚ ਜਦੋਂ ਪਾਣੀਪਤ ਦੀ ਪਹਿਲੀ ਲੜਾਈ ਵੇਲੇ ਇਬਰਾਹਿਮ ਲੋਧੀ ਨੂੰ ਜਿੱਤ ਕੇ ਇੱਥੇ ਕਾਬਜ਼ ਹੋਇਆ, ਮੁਗਲ ਇੱਥੇ ਲੰਬਾ ਸਮਾਂ ਔਰੰਗਜ਼ੇਬ ਤੋਂ ਵੀ ਬਾਅਦ ਚੱਲਦੇ ਰਹੇ, ਉਹ ਲੰਬਾ ਚੌੜਾ ਇਤਿਹਾਸ ਹੈ। ਉਸ ਵੇਲੇ ਬਾਬਰੀ ਮਸਜਿਦ ਬਣਾਈ ਗਈ ਹੋਊਗੀ, ਲੇਕਿਨ ਉਹ ਬਾਬਰੀ ਮਸਜਿਦ ਵੀ ਇੱਕ ਤਰੀਕੇ ਨਾਲ ਮੈਨੂੰ ਲੱਗਦਾ ਵੀ ਜ਼ਿਆਦਤੀ ਕੀਤੀ ਗਈ ਸੀ। ਥਾਂ ਮੈਨੂੰ ਇਹ ਲੱਗਦਾ ਵੀ ਹਿੰਦੂਆਂ ਦੀ ਜਗ੍ਹਾ ਆ, ਕਿਉਂਕਿ ਇਹ ਜਿਹੜਾ ਰਾਮ ਹੈਗਾ ਉਹ ਬਾਬਰ ਤੋਂ ਬਹੁਤ ਦੇਰ ਪਹਿਲਾਂ ਹੋ ਚੁੱਕਾ। ਲੇਕਿਨ ਇਹ ਕੰਟਰੋਵਰਸ਼ਲ ਥਾਂ ਨੂੰ ਮੁੜ ਕੇ ਹਿੰਦੂਆਂ ਨੇ ਮੁੜ ਕੇ ਫਿਰ ਸੋਚਿਆ ਵੀ ਸਾਡਾ ਥਾਂ ਆ, ਉਹ ਬਣਾਉਣ ਵਿੱਚ ਕਾਮਯਾਬ ਹੋ ਗਏ ਆ। ਬਿਹਤਰ ਇਹ ਆ ਵੀ ਜੇ ਦੋਹਾਂ ਫਿਰਕਿਆਂ ਦੀ ਆਪਸੀ ਐਮੀਕੇਬਲੀ ਜਾਂ ਫਰੈਂਡਲੀ ਤਰੀਕੇ ਨਾਲ ਮਸਲਾ ਹੱਲ ਹੁੰਦਾ ਤਾਂ ਚੰਗਾ ਸੀ। ਤੇ ਇਹਦੇ ਵਿੱਚ ਕਿਉਂਕਿ ਥੋੜੇ ਬਹੁਤੇ ਸਿੱਖਾਂ ਨੇ ਵੀ ਪਾਰਟੀਸਪੇਟ ਕੀਤਾ, ਇੱਕ ਦੋ ਨੇ, ਉਹ ਉਹਨਾਂ ਦਾ ਜਾਣਾ ਮੈਨੂੰ ਬਹੁਤਾ ਵਧੀਆ ਨਹੀਂ ਲੱਗਾ। ਲਵ ਕੁਸ਼ ਨਾਲ ਕੰਪੇਅਰ ਕਰਨਾ ਸਿੱਖ ਧਰਮ ਨੂੰ ਕੋਈ ਵਧੀਆ ਗੱਲ ਨਹੀਂ ਹੈਗੀ, ਜਿਹੜੀ ਇਕਬਾਲ ਸਿੰਘ ਪਟਨਾ ਸਾਹਿਬ ਦੇ ਜਥੇਦਾਰ ਨੇ ਕੀਤੀ ਹੈਗੀ ਆ। ਔਰ ਈਵਨ ਟਕਸਾਲ ਦਾ ਹਿੱਸਾ ਵੀ ਥੋੜਾ ਬਹੁਤਾ ਮੈਂ ਦੇਖਿਆ ਉੱਥੇ ਜਾਂਦੇ। ਲੇਕਿਨ ਇਹ ਜਿਹੜੀ ਇੱਦਾਂ ਦੀ ਕੰਟਰੋਵਰਸੀ ਉਹਨੂੰ ਵੈਸੇ ਜਿੰਨਾ ਵੀ ਵਧੀਆ ਤਰੀਕੇ ਨਾਲ ਕੋਆਪਰੇਟਿਵਲੀ ਐਮੀਕੇਬਲੀ ਸੁਲਝਾਇਆ ਜਾਵੇ ਚੰਗਾ ਹੁੰਦਾ। ਪਰ ਨਹੀਂ ਸੁਲਝੀ ਤੇ ਹਿੰਦੂ ਗਵਰਨਮੈਂਟ ਨੇ ਵਾਪਸ ਜਾ ਕੇ ਇਹਨੂੰ ਆਪਣੀ ਫੇਵਰ ਚ ਕਰ ਲਿਆ। ਤੇ ਹੁਣ ਇਹਦੇ ਬਾਰੇ ਅਸੀਂ ਕੁਛ ਨਹੀਂ ਕਹਿ ਸਕਦੇ, ਚੰਗਾ ਹੋਇਆ ਜਾਂ ਮੰਦਾ ਹੋਇਆ, ਪਰ ਫਿਰਕਿਆਂ ਨੂੰ ਆਪਸ ਵਿੱਚ ਸਦਭਾਵਨਾ ਦੇ ਨਾਲ ਰਹਿਣਾ ਚਾਹੀਦਾ। ਮੈਂ ਤਾਂ ਇਹਨਾਂ ਕਹਾਂਗਾ। ਹਾਂਜੀ ਅਵਤਾਰ ਜੀ, ਇੱਥੇ ਇੱਕ ਪ੍ਰਸ਼ਨ ਉੱਠਦਾ ਹੈ ਜੀ, ਪਹਿਲੇ ਹਿੰਦੂ ਤੇ ਮੁਸਲਮਾਨ ਆਪਸ ਵਿੱਚ ਭਿੜ ਰਹੇ ਸੀ, ਇਹ ਵਿਵਾਦ ਕਰ ਰਹੇ ਸੀ ਇਸ ਜਗ੍ਹਾ ਬਾਰੇ। ਹੁਣ ਇਹ ਸਿੱਖਾਂ ਨੂੰ ਵੀ ਵਿੱਚ ਘੜੀਸਿਆ ਗਿਆ ਤੇ ਉਹਨਾਂ ਨੂੰ ਲਵ ਕੁਸ਼ ਨਾਲ ਮਿਲਾ ਕੇ ਸਿੱਖ ਵੀ ਹੁਣ ਬੜੇ ਉਤਾਵਲੇ ਹੋ ਗਏ ਨੇ ਇਹ ਗੱਲ ਪਿੱਛੇ। ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ? ਦੇਖੋ ਤਰਲੋਚਨ, ਸਿੱਖਾਂ ਨੂੰ ਕੋਈ ਨਹੀਂ ਘੜੀਸਦਾ, ਸਿੱਖਾਂ ਨੂੰ ਕਿਸੇ ਨੇ ਸਿੱਖ, ਕਿਉਂਕਿ ਆਪ ਸਿੱਖਾਂ ਦਾ ਸਿੱਖ ਕਈ 4-5 ਫਿਰਕੇ ਚ ਵੰਡੇ ਹੋਏ ਆ। ਤੁਹਾਨੂੰ ਪਤਾ ਵੀ ਸਿੱਖ ਇਸ ਵੇਲੇ 4-5-6 ਫਿਰਕਿਆਂ ਚ ਬਹੁਤੀ ਵਾਰੀ ਵੰਡੇ ਰਹਿੰਦੇ ਆ। ਤੇ ਉਹ ਹੁਣ ਜਿਹੜਾ ਇੱਕ ਫਿਰਕਾ ਹੈਗਾ ਨਾ RSS ਦੇ ਨਾਲ, ਸਿੱਖਾਂ ਦਾ ਜਿਹੜਾ ਫਿਰਕਾ RSS ਦੇ ਨਾਲ ਹੈ, ਉਹ ਆਪ ਕਈ ਵਾਰ ਬੰਦੇ ਸਿੱਧੇ ਇੱਥੇ ਨਹੀਂ ਆਉਂਦੇ,
ਉਹ ਆਪਣਾ ਕੋਈ ਨਾ ਕੋਈ ਨੁਮਾਇੰਦੇ ਦੇ ਤੌਰ ਤੇ ਬੰਦਾ ਉੱਥੇ ਨੂੰ ਭੇਜ ਦਿੰਦੇ ਆ ਤਰੀਕੇ ਨਾਲ। ਹਾਂਜੀ ਇਹ ਉਹਨਾਂ ਨੇ ਵਿਵਾਦ, ਉਹ- ਹਾਂਜੀ ਹੈਂ? ਇਹ ਜਿਹੜਾ ਵਿਵਾਦ ਜਿਹੜਾ ਸੁਲਝਣਾ ਚਾਹੀਦਾ ਸੀਗਾ ਹੋਰ ਉਲਝਦਾ ਨਜ਼ਰ ਆ ਰਿਹਾ ਇਸ ਸਮੇਂ। ਇਹ ਤਾਂ ਹੁਣ ਜਦੋਂ ਸਿੱਖਾਂ ਦੇ ਫਿਰਕੇ ਪੰਜਾਬ 'ਚ ਕਹੀ ਆ, ਹੁਣ ਉਹ ਜਿਹੜੇ ਜਿਸ ਫਿਰਕੇ ਨੇ ਭੇਜਿਆ ਉਹਨਾਂ ਨੂੰ, ਭਾਵੇਂ ਉਹ ਟਕਸਾਲ ਹੈ ਭਾਵੇਂ ਬਾਦਲ ਗਰੁੱਪ ਹੈ ਕਿ ਨਹੀਂ ਹੈ ਮੈਨੂੰ ਪਤਾ ਨਹੀਂ, ਕਿਉਂਕਿ ਇਕਬਾਲ ਸਿੰਘ ਹੁਣੀ ਕਿਸ ਫਿਰਕੇ ਵੱਲੋਂ ਆਏ ਆ, ਉਹਨੇ ਲਵ ਕੁਸ਼ ਦੇ ਨਾਲ ਕੰਪੇਅਰ ਕੀਤਾ। ਦੇਖੋ ਜੀ ਜੀ ਇਹ ਲਵ ਕੁਸ਼ ਦੀ ਔਲਾਦ ਹੈ ਸਿੱਖ। ਹਾਂਜੀ। ਆ ਪਿੱਛੇ ਮੈਂ ਇੱਕ ਸੋਸ਼ਲ ਮੀਡੀਆ ਉੱਤੇ ਹਰਿੰਦਰ ਸਿੰਘ ਦਾ ਬਿਆਨ ਬਹੁਤ ਵਧੀਆ ਮੈਨੂੰ ਲੱਗਾ। ਉਹ ਕਹਿੰਦੇ ਵੀ ਲਵ ਕੁਸ਼ ਦੀ ਔਲਾਦ ਸਿੱਖ ਕਿੱਦਾਂ ਹੋ ਸਕਦੇ ਆ, ਜਦੋਂ ਬਾਬੇ ਨਾਨਕ ਨੇ ਗੁਰੂ ਅੰਗਦ ਦੇਵ ਜੀ ਨੂੰ ਦੂਜਾ ਗੁਰੂ ਥਾਪਿਆ, ਆਪਣੇ ਦੋਨਾਂ ਪੁੱਤਰਾਂ ਨੂੰ ਨਹੀਂ ਗੱਦੀ ਦਿੱਤੀ। ਅਸੀਂ ਤਾਂ ਗੁਰੂ ਅੰਗਦ ਦੇਵ ਜੀ ਦੀ ਔਲਾਦ ਹੋਵਾਂਗੇ, ਗਾਂ ਗੁਰੂ ਅੰਗਦ ਦੇਵ ਜੀ ਨੇ ਆਪਣੇ ਬੰਦੇ ਨੂੰ ਖਾਸ ਨੂੰ ਨਹੀਂ ਥਾਪਿਆ, ਕਿਸੇ ਹੋਰ ਨੂੰ ਥਾਪਿਆ। ਅਸੀਂ ਤਾਂ ਉਹਦੀ ਔਲਾਦ ਮੰਨਾਂਗੇ ਜਿਹਨੂੰ ਥਾਪਿਆ ਗਿਆ। ਇਹ ਥਾਪ ਕੇ 10ਵੇਂ ਗੁਰੂ ਤੱਕ ਜਾਂਦਾ ਰਿਹਾ। ਤੇ ਇਹ ਹੁਣ ਇਹ ਤਾਂ ਇੱਕ ਕੰਟਰੋਵਰਸੀ ਬਣਾਈ ਹੋ ਆ। ਤੇ ਅਸੀਂ ਤਾਂ ਜਿਹੜੇ ਸਿੱਖ ਹੈਗੇ ਆ ਉਹ 10 ਗੁਰੂਆਂ ਦੀ ਤੇ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ, ਅਸੀਂ ਤਾਂ ਉਸੇ ਕੁੱਲ ਵਿੱਚੋਂ ਆ, ਅਸੀਂ ਹੋਰ ਕਿਸੇ ਕੁੱਲ ਵਿੱਚੋਂ ਨਹੀਂ ਹੈਗੇ। ਅਸੀਂ ਕਿਸੇ RSS, ਅਸੀਂ ਕਿਸੇ ਜਾਨ ਸੰਘ ਵਿੱਚੋਂ ਨਹੀਂ, ਅਸੀਂ ਕਿਸੇ ਹੋਰ ਏਦਾਂ ਦੀ ਹਿੰਦੂ ਤਬ ਦੇ ਵਿੱਚੋਂ ਨਹੀਂ ਹੈਗੇ। ਅਵਤਾਰ ਸਿੰਘ ਸੰਘਾ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਦਾ। ਅੱਜ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਦਾ। ਬਹੁਤ ਮਿਹਰਬਾਨੀ। ਹਾਂਜੀ ਹਰਮੀਤ ਜੀ, ਅਗਲੀ ਖਬਰ ਆ ਰਹੀ ਹੈ ਕੁਇਨਸਲੈਂਡ ਤੋਂ, ਜਿੱਥੇ ਇੱਕ ਲੇਡੀ ਸਿਡਨੀ ਵਿਖੇ ਆਂਦੀ ਹੈ, 14 ਦਿਨ ਲਈ ਹੋਟਲ ਕੁਆਰੰਟਾਈਨ ਹੁੰਦੀ ਹੈ ਤੇ 14 ਬਾਅਦ ਉਹ ਜਦੋਂ ਵਾਪਸ ਜਾਂਦੀ ਹੈ ਕੁਇਨਸਲੈਂਡ ਤੇ ਉਹਨੂੰ ਕੁਆਰੰਟਾਈਨ ਪੋਜ਼ਿਟਿਵ ਪਾਇਆ ਜਾਂਦਾ ਜਦੋਂ ਕਿ ਇੱਥੇ ਉਹ ਨੈਗੇਟਿਵ ਸੀਗੀ। ਤੇ ਅੱਜ ਇਹ ਪੂਰੇ ਦਿਨ ਬੜੀ ਚਰਚਾ ਦਾ ਵਿਸ਼ੇ ਰਿਹਾ ਕਿ ਐਵੇਂ ਕਿਵੇਂ ਹੋਇਆ, ਤੇ ਲੱਗਦਾ ਅੱਗੇ ਆਉਣ ਵਾਲੇ ਸਮੇਂ ਵਿੱਚ 21 ਦਿਨ ਦਾ ਕੁਆਰੰਟਾਈਨ ਨਾ ਕਰਨਾ ਪਵੇ। ਇਹ ਇੱਕ ਕਿਆਸ ਲਗਾਇਆ ਜਾ ਰਿਹਾ, ਪਰ ਇਹਦੇ ਲਈ ਕੋਈ ਅਜੇ ਪਾਬੰਦੀ ਨਹੀਂ ਲਾਈ ਗਈ ਹੈ ਇਹੋ ਜਿਹੀ ਗੱਲ ਦੀ। ਪਰ ਦੇਖਣਾ ਇਹ ਹੋਵੇਗਾ ਕਿ ਕੀ ਸਾਹਮਣੇ ਆਉਂਦਾ ਹੈ ਅਗਲੀ ਖਬਰਾਂ ਵਿੱਚ। ਬਿਲਕੁਲ ਸਹੀ, ਇਹ ਇੱਕ ਬੜੀ ਡਰਾਵਨੀ ਖਬਰ ਹੈ ਜੇ ਇਸ ਤਰੀਕੇ ਨਾਲ ਵੀ 14 ਦਿਨ ਤੋਂ ਬਾਅਦ ਵੀ ਕਿਸੇ ਨੂੰ ਇਹ ਕੋਵਿਡ ਪੋਜ਼ਿਟਿਵ ਪਾਇਆ ਜਾਂਦਾ। ਤੇ ਲਾਸਟ ਖਬਰ ਜਿਹੜੀ ਹੈਗੀ ਹੈ ਉਹ ਕੁਆਂਟਸ ਦੇ ਨਾਲ ਜੁੜੀ ਹੋਈ ਹੈ ਕਿ ਕੁਆਂਟਸ ਨੇ ਹੁਣ ਡਿਕਲੇਅਰ ਕੀਤਾ ਹੈ ਕਿ ਤਕਰੀਬਨ 91% ਦਾ ਉਹਨੂੰ ਲੋਸ ਹੋਇਆ ਉਹਦੇ ਸਾਰੇ ਬਿਜ਼ਨਸ ਨੂੰ, ਤੇ ਉਹ 2021 ਤੱਕ ਆਪਣੀ ਕੋਈ ਵੀ ਫਲਾਈਟਸ ਨਹੀਂ ਸ਼ੁਰੂ ਕਰ ਪਾਏਗਾ। ਆਲਰੇਡੀ 6000 ਦੇ ਕਰੀਬ ਉਹਦਾ ਜਿਹੜੇ ਸਟਾਫ ਹੈਗੇ ਘੱਟ ਹੋ ਚੁੱਕਾ, ਤੇ ਹਜੇ ਹੋਰ ਕਈ ਹਜ਼ਾਰਾਂ ਲੋਕ ਜਿਹੜੇ ਹੈਗੇ ਨੇ ਉਹ ਸਰਵਿਸ ਉਹਨਾਂ ਦੀਆਂ ਜਾ ਸਕਦੀਆਂ ਵਾ। ਤੇ ਅੰਤ ਦੇ ਉੱਤੇ ਮੈਂ ਇਹ ਕਹਾਂਗਾ ਕਿ ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਆਪਣਿਆਂ ਲਈ ਆਪਣਾ ਫਰੈਂਡਸ ਚੈਨਲ। ਸਾਰਿਆਂ ਨੂੰ ਪਿਆਰ ਸਤਿ ਸ਼੍ਰੀ ਅਕਾਲ।